ਤੇ ਹੁਣ ਖਬਰਾਂ ਵਿਸਤਾਰ ਦੇ ਨਾਲ। पंजाबी गीतकार गिल रौंता अजकल अमरीका फेरी ते हन। बीते दिनी ਉਹ ਫ੍ਰਿਜ਼ਨੋ ਪਹੁੰਚੇ ਅਤੇ ਪੰਜਾਬੀ ਭਾਈਚਾਰੇ ਵੱਲੋਂ ਉਹਨਾਂ ਦਾ ਮਾਨ ਸਨਮਾਨ ਕਰਨ ਲਈ ਮੀਟ ਐਂਡ ਗ੍ਰੀਟ ਸਮਾਗਮ ਦਾ ਪ੍ਰਬੰਧ ਵੀ ਕੀਤਾ ਗਿਆ, ਜਿਸ ਵਿੱਚ ਉਹਨਾਂ ਨੇ ਲੋਕਾਂ ਨਾਲ ਗੱਲਬਾਤ ਵੀ ਕੀਤੀ। ਇਸ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਇਹ ਤਸਵੀਰਾਂ ਨੇ ਫ੍ਰਿਜ਼ਨੋ ਵਿਖੇ ਆਯੋਜਿਤ ਉਸ ਸਮਾਗਮ ਦੀਆਂ ਜੋ ਪੰਜਾਬੀ ਭਾਈਚਾਰੇ ਵੱਲੋਂ ਉੱਘੇ ਗੀਤਕਾਰ ਗਿਲ ਰੌਂਤਾ ਦੇ ਮਾਨ ਸਨਮਾਨ ਲਈ ਆਯੋਜਿਤ ਕੀਤਾ ਗਿਆ ਸੀ। ਇਸ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਪੰਜਾਬੀ ਭਾਈਚਾਰੇ ਦੇ ਲੋਕ ਸ਼ਾਮਿਲ ਹੋਏ। ਸਮਾਗਮ ਦੌਰਾਨ ਗਿਲ ਰੌਂਤਾ ਨੇ ਪੰਜਾਬੀ ਗਾਇਕੀ ਅਤੇ ਲੇਖਣ ਬਾਰੇ ਆਪਣੇ ਵਿਚਾਰ ਪੇਸ਼ ਕੀਤੇ ਅਤੇ ਇਸ ਮੌਕੇ ਉਹਨਾਂ ਦੇ ਨਾਲ ਪੰਜਾਬੀ ਗੀਤਕਾਰ ਅਤੇ ਗਾਇਕ ਕੁਲਵੰਤ ਸੇਖੋਂ ਵੀ ਮੌਜੂਦ ਸਨ। ਗਿਲ ਰੌਂਤਾ ਨੇ ਸਮਾਗਮ ਦੌਰਾਨ ਦੱਸਿਆ ਕਿ ਉਹਨਾਂ ਦਾ ਮਕਸਦ ਹਰ ਗੀਤ ਵਿੱਚ ਕਿਸੇ ਨਾ ਕਿਸੇ ਕਹਾਣੀ ਨੂੰ ਸ਼ਾਮਲ ਕਰਨਾ ਹੁੰਦਾ ਹੈ ਅਤੇ ਉਹ ਹਮੇਸ਼ਾ ਅਜਿਹੇ ਗੀਤ ਲਿਖਣ ਦੀ ਕੋਸ਼ਿਸ਼ ਕਰਦੇ ਨੇ ਜੋ ਪਰਿਵਾਰਕ ਤੌਰ ਤੇ ਸੁਣੇ ਜਾ ਸਕਣ। ਸਮਾਗਮ ਦੌਰਾਨ ਗਿਲ ਰੌਂਤਾ ਨੇ ਜਿੱਥੇ ਆਪਣੇ ਲਿਖੇ ਹੋਏ ਗੀਤ ਵੀ ਲੋਕਾਂ ਨੂੰ ਸੁਣਾਏ, ਉੱਥੇ ਕੁਲਵੰਤ ਸੇਖੋਂ ਨੇ ਵੀ ਆਪਣੇ ਗੀਤਾਂ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਦੱਸਣਯੋਗ ਹੈ ਕਿ ਗਿਲ ਰੌਂਤਾ ਦੇ ਗੀਤ ਵੱਡੇ ਪੰਜਾਬੀ ਗਾਇਕਾਂ ਵੱਲੋਂ ਗਾਏ ਜਾ ਚੁੱਕੇ ਨੇ ਅਤੇ ਵਾਰਿਸ ਭਰਾਵਾਂ ਵੱਲੋਂ ਗਾਇਆ ਗਿਆ ਉਹਨਾਂ ਦਾ ਗੀਤ ਅਸੀਂ ਜਿੱਤਾਂਗੇ ਜ਼ਰੂਰ ਜਾਰੀ ਜੰਗ ਰੱਖਿਓ ਕਿਸਾਨੀ ਅੰਦੋਲਨ ਦੌਰਾਨ ਲੋਕਾਂ ਵੱਲੋਂ ਬਹੁਤ ਪਸੰਦ ਕੀਤਾ ਗਿਆ ਸੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਅੱਜ ਸਾਡਾ ਛੋਟਾ ਵੀਰ ਗਿਲ ਰੌਂਤਾ ਇੰਡੀਆ ਤੋਂ ਆਇਆ, ਪੰਜਾਬ ਤੋਂ। ਬਹੁਤ ਵਧੀਆ ਲੇਖਕ ਆ, ਬੜੇ ਵਧੀਆ ਨੇ ਗਾਣੇ ਲਿਖੇ ਹੋਏ ਆ, ਚੜ੍ਹਦੀ ਕਲਾ ਵਾਲੇ ਗਾਣੇ ਲਿਖਦਾ। ਛੋਟੀ ਉਮਰ ਦੇ ਵਿੱਚ ਸਾਡਾ ਵੀਰ ਨੇ ਬਹੁਤ ਜ਼ਿਆਦਾ ਨਾਂ ਕਮਾਇਆ ਅਤੇ ਇਹਦੇ ਆਏ ਤੇ ਅਸੀਂ ਆਪਣੇ ਸਾਰੇ ਭਰਾ ਜਿਹੜੇ ਇੱਥੇ ਫ੍ਰਿਜ਼ਨੋ ਦੇ ਅਸੀਂ ਜਿੰਨੇ ਆਪਣੀ ਕਮਿਊਨਿਟੀ ਆ ਇਕੱਠ ਕਰਕੇ ਤੇ ਇਹਦਾ ਮਾਨ ਸਨਮਾਨ ਕੀਤਾ ਤੇ ਪਲੱਸ ਚਲੋ ਗੈਟ ਟੂਗੈਦਰ ਸਾਰੇ ਭਰਾ ਇਕੱਠੇ ਹੋ ਗਏ ਤੇ ਬਹੁਤ ਵਧੀਆ ਅੱਜ ਦਾ ਉਪਰਾਲਾ ਹੋਇਆ। ਗਿਲ ਰੌਂਤਾ ਇੱਕ ਵਧੀਆ ਰਾਈਟਰ ਤੇ ਇੱਕ ਵਧੀਆ ਇਨਸਾਨ ਵੀ ਆ, ਜਿਹਨੇ ਕਿਸਾਨੀ ਸੰਘਰਸ਼ ਲਈ ਬਹੁਤ ਵੱਡਾ ਯੋਗਦਾਨ ਪਾਇਆ ਹੈਗਾ ਤੇ ਇਹ ਵੀਰ ਦੇ ਆਉਣ ਤੇ ਅਸੀਂ ਸਾਰੇ ਪੰਜਾਬੀ ਭਾਈਚਾਰੇ ਨੇ ਇਕੱਠੇ ਹੋ ਕੇ ਉਹਦਾ ਮਾਨ ਸਤਿਕਾਰ ਕੀਤਾ ਹੈਗਾ। ਇੱਕ ਉਹ ਚੜ੍ਹਦੀ ਕਲਾ ਵਾਲੇ ਗਾਣੇ ਲਿਖ ਰਿਹਾ ਬੰਦਾ ਤੇ ਬਹੁਤ ਵਧੀਆ ਟੌਪ ਦੇ ਸਿੰਗਰ ਜਿਹੜੇ ਆ ਉਹਦੇ ਗਾਣਿਆਂ ਦੇ ਰੋਲ ਨਿਭਾ ਰਹੇ ਆ। ਅਸੀਂ ਆਸ ਕਰਦੇ ਹਾਂ ਵੀ ਇਹ ਛੋਟਾ ਵੀਰ ਇੱਦਾਂ ਹੀ ਵਧੀਆ ਗਾਣੇ ਲਿਖਦਾ ਰਹੇ, ਪੰਜਾਬੀ ਦੀ ਸੇਵਾ ਕਰਦਾ ਰਹੇ। ਸਮਾਗਮ ਦੌਰਾਨ ਖਾਦਿਮ ਜੂਲਰ ਵੱਲੋਂ ਗੀਤਕਾਰ ਗਿਲ ਰੌਂਤਾ ਦਾ ਸਨਮਾਨ ਵੀ ਕੀਤਾ ਗਿਆ। ਕੁਮਾਰ ਸੰਜੀਵ, PTC ਨਿਊਜ਼, ਫ੍ਰਿਜ਼ਨੋ, ਕੈਲੀਫੋਰਨੀਆ। ਉਧਰ ਕੈਲੀਫੋਰਨੀਆ ਸੂਬੇ ਦੇ ਬੇ ਏਰੀਆ ਵਿੱਚ ਸਥਿਤ ਪਲੇਸੈਂਟਨ ਸ਼ਹਿਰ ਵਿਖੇ ਪਹਿਲੀ ਵਾਰ ਮੇਅਰ ਕਾਰਲਾ ਬਰਾਊਨ ਤੇ ਹੋਰ ਵਲੰਟੀਅਰਾਂ ਦੇ ਸਹਿਯੋਗ ਦੇ ਨਾਲ ਭਾਰਤ ਦਾ ਆਜ਼ਾਦੀ ਦਿਹਾੜਾ ਮਨਾਇਆ ਗਿਆ। ਇਸ ਮੌਕੇ ਡਬਲਿਨ ਅਤੇ ਸੇਨ ਰੋਮਨ ਸਾਹਰਨ ਦੇ ਮੇਅਰ ਵੀ ਪਹੁੰਚੇ ਸਨ, ਜਿੱਥੇ ਇੱਕ ਪਾਸੇ ਭਾਰਤ ਦਾ ਝੰਡਾ ਲਹਿਰਾਇਆ ਗਿਆ, ਉੱਥੇ ਦੂਜੇ ਪਾਸੇ ਸੰਸਕ੍ਰਿਤਿਕ ਪ੍ਰੋਗਰਾਮ ਦਾ ਪ੍ਰਬੰਧ ਵੀ ਕੀਤਾ ਗਿਆ। ਵੇਖੋ ਸਾਡੇ ਸਹਿਯੋਗੀ ਜਸਲੀਨ ਖਨੂਜਾ ਦੀ ਵਿਸ਼ੇਸ਼ ਰਿਪੋਰਟ। PTC ਦੀ ਟੀਮ ਵੱਲੋਂ ਮੈਂ ਜਸਲੀਨ ਖਨੂਜਾ ਅੱਜ ਪੁੱਜੀ ਹੋਈ ਹਾਂ ਪਲੇਜ਼ੈਂਟਨ ਦੇ ਵਿੱਚ, ਜਿੱਥੇ ਕਿ ਇੱਕ ਪਾਰਕ ਦੇ ਵਿੱਚ ਬਹੁਤ ਹੀ ਸੋਹਣਾ ਉਪਰਾਲਾ ਕੀਤਾ ਗਿਆ ਹੈ ਭਾਰਤੀ ਸੁਤੰਤਰਤਾ ਦਿਵਸ ਮਨਾਉਣ ਦਾ। ਇੰਡੀਆਜ਼ ਇੰਡੀਪੈਂਡੈਂਸ ਡੇ ਜਿਹੜਾ ਹੈ ਉਹ ਪਹਿਲੀ ਵਾਰ ਪਲੇਜ਼ੈਂਟਨ ਦੇ ਵਿੱਚ ਸੈਲੀਬ੍ਰੇਟ ਕੀਤਾ ਜਾ ਰਿਹਾ ਹੈ। ਇਸ ਵਾਸਤੇ ਬੜਾ ਹੀ ਇੱਕ ਇਤਿਹਾਸਿਕ ਮੂਮੈਂਟ ਹੈਗਾ ਤੇ ਸਾਡੇ ਵਿਚਕਾਰ ਜੁੜੇ ਹੋਏ ਨੇ ਪਲੇਜ਼ੈਂਟਨ ਦੇ ਮੇਅਰ ਕਾਰਲਾ ਬਰਾਊਨ ਤੇ ਨਾਲੋਂ ਨਾਲ ਪ੍ਰੋਫੈਸਰ ਨੀਲੂ ਗੁਪਤਾ, ਜਿਨ੍ਹਾਂ ਨੂੰ ਅੱਜ ਇੱਥੇ ਸੱਦਿਆ ਗਿਆ ਹੈ ਖਾਸ ਤੌਰ ਤੇ ਇੰਡੀਅਨ flag raise ਕਰਨ ਵਾਸਤੇ। So it's a great occasion. What's your message to the viewers, Mayor Carla?
Yes, I'm extremely proud of our city, the city of Pleasanton. We're so welcoming of this celebration for 75 years of independence for the country of India. I'm here, so were many other local mayors. We're here to celebrate with the culture, celebrate with the community, with great pride to be a part of this party that we're having in downtown Pleasanton. ਤੇ ਜਦੋਂ ਤੁਹਾਨੂੰ ਇਹ ਸੱਦਾ ਦਿੱਤਾ ਗਿਆ ਕਿ ਤੁਸੀਂ ਜਿਹੜੇ ਹੋ ਉਹ ਭਾਰਤੀ ਫਲੈਗ ਸਾਡਾ ਤਿਰੰਗਾ ਸਾਡੀ ਆਨ ਬਾਨ ਸ਼ਾਨ ਤੁਸੀਂ ਉਹਨੂੰ ਅੱਜ ਹੋਇਸਟ ਕਰੋ ਤੇ ਝੰਡਾ ਸਾਡਾ ਹਮੇਸ਼ਾ ਉੱਚਾ ਰਹੇ ਇਹ ਮੈਸੇਜ ਪਲੇਜ਼ੈਂਟਨ ਦੇ ਵਿੱਚ ਦਿੱਤਾ ਗਿਆ ਤੇ ਤੁਹਾਨੂੰ ਕਿਵੇਂ ਜਿਹਾ ਲੱਗਿਆ ਜਸਲੀਨ ਜੀ ਮੇਰੇ ਖਿਆਲ ਇਸ ਤੋਂ ਵਧੀਆ ਮੈਸੇਜ ਨਹੀਂ ਹੋ ਸਕਦਾ ਸਭ ਤੋਂ ਵਧੀਆ ਮੈਸੇਜ ਮੈਨੂੰ ਇਹ ਮੇਰੀ ਜ਼ਿੰਦਗੀ ਦਾ ਸਭ ਤੋਂ ਅਹਿਮ ਮੈਸੇਜ ਹੈਗਾ ਮੈਂ ਬੜੀ ਖੁਸ਼ ਹਾਂ ਤੇ ਇੱਥੇ ਅਸੀਂ ਸਾਡੇ ਮੇਅਰ ਨਾਲ ਹਨ ਤੇ ਬੜਾ ਸੁੰਦਰ ਬੜਾ ਸੋਹਣਾ ਪ੍ਰੋਗਰਾਮ ਇੱਥੇ ਸੀ ਐਂਡ ਇਟਸ ਪ੍ਰਾਊਡ ਫॉर ਇੰਡੀਆ ਟੂ ਸੈਲੀਬ੍ਰੇਟ ਸਚ ਟ੍ਰਿਮੈਂਡਸ joyful occasion for 75th Azadi ka Amrit Mahotsav. We have celebrated in foreign country, in America. We are so far away. ਅਸੀਂ ਇੰਨੇ ਦੂਰ ਹਨ ਹਿੰਦੁਸਤਾਨ ਤੇ ਪਰ ਇੱਥੇ ਲੱਗਦਾ ਜੈਸੇ ਹਿੰਦੁਸਤਾਨ ਇੱਥੇ ਹੀ ਉੱਠ ਕੇ ਆ ਗਿਆ ਹੈ ਧੰਨਵਾਦ ਤੇ ਇੱਕ ਵਾਰ ਫਿਰ ਮੈਂ ਜਸਲੀਨ ਖਨੂਜਾ ਸਾਰੇ ਹੀ ਦਰਸ਼ਕਾਂ ਨੂੰ ਭਾਰਤੀ ਸੁਤੰਤਰਤਾ ਦਿਵਸ ਦੀ ਵਧਾਈਆਂ ਦੇਣਾ ਚਾਹੁੰਦੀ ਹਾਂ ਇੱਥੇ ਅੱਜ ਕਲਚਰਲ ਸੈਲੀਬ੍ਰੇਸ਼ਨਸ ਦੇ ਨਾਲ ਬੜੇ ਹੀ ਜ਼ੋਰਾਂ ਸ਼ੋਰਾਂ ਦੇ ਨਾਲ ਇਹ ਸੈਲੀਬ੍ਰੇਸ਼ਨ ਕੀਤਾ ਗਿਆ ਤੇ ਲੋਕਾਂ ਨੇ ਨੱਚ ਗਾ ਕੇ ਤੇ ਬਹੁਤ ਹੀ ਜੋਸ਼ ਦੇ ਨਾਲ ਇਹਨੂੰ ਸੈਲੀਬ੍ਰੇਟ ਕੀਤਾ ਤੇ ਆਪਾਂ ਇਸੇ ਤਰ੍ਹਾਂ ਹਰ ਸਾਲ ਜਿਹੜਾ ਭਾਰਤ ਦਾ ਇੰਡੀਪੈਂਡੈਂਸ ਡੇ ਹੈ ਉਹ USA ਦੇ ਵਿੱਚ ਮਨਾਉਂਦੇ मुथूट फाइनेंस लोन एट होम सर्विस पर कॉल कीजिए पाइए गोल्ड लोन एट होम घर बैठे बैठे तुरंत 1-800-313-1212 पर फोन लगाइए और लाइफ में आगे बढ़िए हाँ तो करांगे लिया पुत्र कुछ सोचा किस बारे मैं क्या अपनी प्रीत ਲਈ ਕਿਹੜਾ ਸਹੀ ਹੋਏਗਾ ਰਾਜਵੀਰ ਜਾਂ ਸੁਖਵਿੰਦਰ राजवीर ਪਰ ਰਾਜਵੀਰ ਦੀ ਜ਼ਮੀਨ ਵੀ ਤੇ ਸੁਖਵਿੰਦਰ ਜਿੰਨੀ ਹੈ ਨਾ पर झाड़ ज्यादा है ਉਹ ਕਿਵੇਂ ਵੇਖ ਉਸ ਦੀ ਫਸਲ ਸਿਹਤਮੰਦ ਹੈ ਅਤੇ ਖੇਤ ਇੱਕਦਮ ਹਰੇ ਭਰੇ ਕਿਉਂਕਿ ਉਹ ਸਮਝਦਾ ਹੈ ਕਿ ਖੇਤੀ ਵਿੱਚ ਕੋਈ ਵੀ ਚੁੱਕ ਵਿਗਾੜੇ ਜ਼ਿੰਦਗੀ ਦਾ ਸੁੱਖ ਸਮਝੀ ਅਤੇ ਇਸੇ ਲਈ ਰਾਜਵੀਰ ਆਪਣੀ ਫਸਲ ਤੇ ਬਾਇਰ ਦਾ ਨੈਟਿਵੋ ਛਿੜਕਦਾ ਹੈ ਜਿਸ ਨਾਲ ਉਪਜ ਨੂੰ ਮਿਲੇ ਫਫੂੰਦ ਤੋਂ ਸੰਪੂਰਨ ਸੁਰੱਖਿਆ ਅਤੇ ਫਸਲ ਦੀ ਪੂਰੀ ਸਮਰੱਥਾ ਮੁਤਾਬਕ ਪੈਦਾਵਾਰ ਬਾਇਰ ਦਾ ਨੈਟਿਵੋ ਵਧੀਆ ਫਸਲ ਤਾਂ ਜ਼ਿੰਦਗੀ ਸਫਲ खाए जाओ यूनाइटेड के गुण गाए जाओ की होया नमक ज्यादा पै गया कोई नहीं 19 का फर्क है खा लो कोई नहीं 19 का ही तो फर्क है तुमने कौन सी लड़कियों को मिलना है कोई नहीं 19 का ही फर्क है ऊपर कोट पा लो तेरे 19 ने ना मेरी जिंदगी बेकार कर दी है आप भी तो यही कहा करते थे 19 का ही फर्क है कॉन्ट्रैक्टर ने क्या है समझो फेविकॉल जैसा ही है मैं जा रही हूँ मम्मी के घर जब थोड़ा 19 का वी हो जाए ना तो मुझे लेने आ जाना ग्लू के 19-20 के चक्कर में कहीं आपकी लाइफ में पंगा ना हो जाए इसलिए कॉन्ट्रैक्टर से बोले चांस न ले फर्नीचर में सिर्फ फेविकॉल लगाए फ्री फर्नीचर गाइड के लिए कॉल करें 1-800-1208-999 पर Face, chest, armpit, neck, legs, nose, groin, head and back. Adaptable to every body. Philips all-in-one trimmer. Philips. ਇਸ ਤੋਂ ਪਹਿਲਾਂ ਕਿ BPH ਤੁਹਾਡੇ ਝੋਨੇ ਉੱਤੇ ਹਮਲਾ ਕਰੇ ਭਾਰਤ ਵਿੱਚ ਨਿਰਮਿਤ ਡੋਮੀਨੈਂਟ ਦੀ ਤਾਕਤ ਦੁਆਰਾ ਉਸ ਨੂੰ ਕਰ ਦਿਓ ਚਾਰੋਂ ਖਾਨੇ ਚਿੱਤ IIL ਹਰ ਕਦਮ ਹਮ ਕਦਮ ब्रेक तो बाद एक बार मुड़ तो थोड़ा स्वागत है उधर अमरीका के विदेश विभाग वालों पेड इंटर्नशिप के मौके मुहैया करवाए जा रहे हैं इस इंटर्नशिप विच विद्यार्थियों लिए अमरीका के विदेश और सिविल सर्विस सैक्टर विच अपना करियर बनाने लिए एक पेड इंटर्नशिप मुहैया करवाई जा रही हैं विदेश विभाग के बुलारे नेड प्राइस ने इस बारे विशेष तौर पर जानकारी दिंदे कहा कि विदेश विभाग वालों वाशिंगटन DC और वख-वख दूतावासां विच विद्यार्थियों को पेड इंटर्नशिप के मौके प्रदान किए जाएंगे जिस नाल उस संबंधित खेतर विच अपना भविख
ਭਵਿੱਖ ਹੋਰ ਉਜਵਲ ਬਣਾ ਸਕਣਗੇ। ਵਿਦੇਸ਼ ਵਿਭਾਗ ਦੇ ਬੁਲਾਰੇ ਨੈਡ ਪ੍ਰਾਈਸ ਦਾ ਹੋਰ ਕੀ ਹੈ ਕਹਿਣਾ, ਆਓ ਜਾਣਦੇ ਹਾਂ। The Department of State is pleased to announce the new Colin Powell Leadership Program to advance the department's commitment to hire a workforce representative of all segments of society and in support of the Secretary's modernization agenda. Secretary Powell understood that diversity is, quote, a source of strength, it is a source of our success, and he exemplified his leadership values, both as a general and as Secretary of State, by putting people first. The Colin Powell Leadership Program recruits highly motivated candidates from a variety of backgrounds who aspire to and possess the potential to become future civil service leaders here at the Department of State. This program will provide paid fellowships to recent college graduates and paid internships to students who are enrolled at accredited institutions of higher learning. We're also creating a new fellowship for the Diplomatic Security Service, in which graduate students from underrepresented communities will receive scholarships, professional development training, and mentoring. After completing the program, they'll enter the Foreign Service as DS Special Agents. This fellowship will also be named for an exceptional public servant, William D. Clark Sr., the first member of the diplomatic security to achieve the rank of ambassador. Both of these new initiatives represent our commitment to diversity, equity, inclusion, and accessibility here at the department. As the Secretary said earlier today, we'll keep working together in the decades to come to make sure our department is a place that reflects our values, looks like America, and is equipped to do the best possible work on behalf of America. ਉਧਰ ਨਿਊਯਾਰਕ ਦੇ ਹਿਕਸਵਿਲ ਵਿਖੇ ਸਥਿਤ ਗੁਰਦੁਆਰਾ ਸ਼ਹੀਦਾਂ ਵਿੱਚ ਬੱਚਿਆਂ ਦਾ ਸਮਰ ਕੈਂਪ ਲਗਾਇਆ ਗਿਆ, ਜਿਸ ਵਿੱਚ ਬੱਚਿਆਂ ਨੂੰ ਪੰਜਾਬੀ ਦੇ ਨਾਲ-ਨਾਲ ਗੁਰਮਤਿ ਦੀ ਸਿੱਖਿਆ ਵੀ ਦਿੱਤੀ ਗਈ। ਇਸ ਕੈਂਪ ਵਿੱਚ ਭਾਗ ਲੈਣ ਵਾਲੇ ਬੱਚਿਆਂ ਅਤੇ ਉਹਨਾਂ ਦੇ ਮਾਤਾ-ਪਿਤਾ ਨੂੰ ਇਸ ਕੈਂਪ ਦੀ ਸਮਾਪਤੀ ਵਾਲੇ ਦਿਨ ਇੱਕ ਬੋਟ ਪਾਰਟੀ ਦਿੱਤੀ ਗਈ। ਇਸ ਵਿੱਚ ਕਰੀਬ 150 ਲੋਕ ਸ਼ਾਮਿਲ ਹੋਏ। ਇਸ ਬਾਰੇ ਦੇਖਦੇ ਹਾਂ ਨਿਊਯਾਰਕ ਤੋਂ ਇੱਕ ਖਾਸ ਰਿਪੋਰਟ। ਜਿਵੇਂ ਤੁਸੀਂ ਦੇਖ ਰਹੇ ਹੋ, ਬੋਟ ਦੇ ਉੱਤੇ ਨਿਸ਼ਾਨ ਸਾਹਿਬ ਫਿੱਟ ਕਰ ਦਿੱਤੇ ਗਏ ਆ ਤੇ ਬੱਚਿਆਂ ਦੀ ਇਹ ਬੋਟ ਪਾਰਟੀ ਜੋ ਬੱਚਿਆਂ ਨੂੰ ਲੈ ਕੇ ਸਮੁੰਦਰ ਦੇ ਵਿੱਚ ਘੁਮਾਇਆ ਜਾਏਗਾ, ਇਹ ਬੱਚਿਆਂ ਦੇ ਸਮਰ ਕੈਂਪ ਦੀ ਅਖੀਰ ਦੇ ਵਿੱਚ ਬੱਚਿਆਂ ਨੂੰ ਇੱਕ ਟਰੀਟ ਦੇ ਵਜੋਂ ਦਿੱਤਾ ਜਾ ਰਿਹਾ ਗੁਰਦੁਆਰਾ ਸ਼ਹੀਦਾਂ ਵੱਲੋਂ। ਤੇ ਹੁਣ ਇਹ ਬੋਟ ਪਾਰਟੀ ਸ਼ੁਰੂ ਹੋਣ ਜਾ ਰਹੀ ਹੈ। ਅਸੀਂ ਤੁਹਾਨੂੰ ਇਸ ਦੀਆਂ ਪ੍ਰਮੁੱਖ ਝਲਕੀਆਂ ਅੱਗੇ ਦਿਖਾਉਂਦੇ ਹਾਂ। ਨਿਊਯਾਰਕ ਦੇ ਸਾਰੇ ਗੁਰੂ ਘਰਾਂ ਵਿੱਚ ਬੱਚਿਆਂ ਨੂੰ ਗਰਮੀਆਂ ਦੀਆਂ ਛੁੱਟੀਆਂ ਦੇ ਦੌਰਾਨ ਸਮਰ ਕੈਂਪ ਲਗਾਏ ਜਾਂਦੇ ਹਨ। ਇਹਨਾਂ ਕੈਂਪਾਂ ਦੇ ਵਿੱਚ ਬੱਚਿਆਂ ਨੂੰ ਗੁਰਮਤਿ ਦੇ ਨਾਲ ਨਾਲ ਪੰਜਾਬੀ ਅਤੇ ਪੰਜਾਬੀ ਰਹਿਣ ਸਹਿਣ ਬਾਰੇ ਵੀ ਚੰਗੀ ਤਰ੍ਹਾਂ ਨਾਲ ਸਿਖਾਇਆ ਜਾਂਦਾ ਹੈ। ਅਤੇ ਬੱਚੇ ਕਿਉਂਕਿ ਆਪਣਾ ਛੁੱਟੀਆਂ ਦਾ ਟਾਈਮ ਛੱਡ ਕੇ ਗੁਰੂ ਘਰਾਂ ਦੇ ਵਿੱਚ ਆਉਂਦੇ ਹਨ, ਇਸ ਲਈ ਹਰ ਇੱਕ ਗੁਰੂ ਘਰ ਬੱਚਿਆਂ ਦੇ ਲਈ ਅਖੀਰਲੇ ਦਿਨ ਦੇ ਉੱਤੇ ਕੋਈ ਨਾ ਕੋਈ ਖੇਡ ਜਾਂ ਕੋਈ ਮौज ਮਸਤੀ ਦਾ ਕੰਮ ਕਰਦੇ ਹਨ। ਇਸੇ ਤਰ੍ਹਾਂ ਹੀ ਹਿਕਸਵਿਲ ਦੇ ਗੁਰਦੁਆਰਾ ਸ਼ਹੀਦਾਂ ਵੱਲੋਂ ਬੱਚਿਆਂ ਦੇ ਵਾਸਤੇ ਇੱਕ ਬੋਟ ਪਾਰਟੀ ਰੱਖੀ ਗਈ। ਇਹ ਬੋਟ 3 ਘੰਟੇ ਲਈ ਬੱਚਿਆਂ ਨੂੰ ਸਮੁੰਦਰ ਦੇ ਵਿੱਚ ਘੁਮਾਉਂਦੀ ਰਹੀ ਅਤੇ ਇਸ ਦੇ ਵਕਤ ਕੀਰਤਨ ਵੀ ਬੱਚਿਆਂ ਵੱਲੋਂ ਕੀਤਾ ਗਿਆ ਅਤੇ ਬੱਚਿਆਂ ਨੂੰ ਹੋਰ ਵੀ ਬਹੁਤ ਸਾਰੇ ਇਹ ਬੋਟ 3 ਘੰਟੇ ਦੇ ਲਈ ਸਮੁੰਦਰ ਦੇ ਵਿੱਚ ਘੁੰਮਦੀ ਰਹੀ। ਆਸ-ਪਾਸ ਤੋਂ ਜਦੋਂ ਬੱਚਿਆਂ ਨਾਲ ਭਰੀ ਬੋਟ ਲੰਘਦੀ ਸੀ ਤਾਂ ਲੋਕਾਂ ਵੱਲੋਂ ਬਹੁਤ ਹੀ ਸਵਾਗਤ ਕੀਤਾ ਜਾਂਦਾ ਰਿਹਾ ਕਿ ਬੱਚਿਆਂ ਨੂੰ ਸਮੁੰਦਰ ਦੀ ਸੈਰ ਕਰਵਾਈ ਜਾ ਰਹੀ ਹੈ। ਇਸ ਮੌਕੇ ਦੇ ਉੱਤੇ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਵੱਲੋਂ ਬੱਚਿਆਂ ਨੂੰ ਕੀ ਦੱਸਿਆ ਗਿਆ ਤੇ ਕੀ ਸਿਖਾਇਆ ਗਿਆ ਤੇ ਬੋਟ ਪਾਰਟੀ ਦਾ ਕੀ ਪ੍ਰਬੰਧ ਕੀਤਾ ਗਿਆ, ਇਸ ਬਾਰੇ ਵੀ ਪੀਟੀਸੀ ਨਾਲ ਖਾਸ ਗੱਲਬਾਤ ਕਰਦਿਆਂ ਹੋਇਆਂ ਦੱਸਿਆ ਗਿਆ। ਅੱਜ ਉਹਨਾਂ ਨੇ ਇੱਕ ਯੂਨੀਕ ਔਰ ਇੱਕ ਅੱਛਾ ਪ੍ਰੋਗਰਾਮ ਕੀਤਾ ਜੋ ਕਿ ਬੱਚਿਆਂ ਦੇ ਪਰਿਵਾਰਾਂ ਨੂੰ ਲੈ ਕੇ ਇਸ ਛੋਟੇ ਮਿੰਨੀ ਕਰੂਜ਼ ਦੇ ਵਿੱਚ ਉਹ ਸੈਰ ਵੀ ਕਰਾ ਰਹੇ ਹਨ। ਤੇ ਇਹ ਇੱਕ ਯਤਨ ਹੈ ਕਿਉਂਕਿ ਗੁਰਦੁਆਰੇ ਤੋਂ ਹਟ ਕੇ, ਕਿਉਂਕਿ ਮੌਜੂਦਾ ਬੜੀ ਲੋੜ ਹੈ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਨੇ ਵੀ ਮੱਲ ਅਖਾੜੇ ਬਣਾਏ, ਉੱਥੇ ਕੁਸ਼ਤੀਆਂ ਕਰਾਉਂਦੇ ਰਹੇ ਤਾਂ ਕਿ ਬੱਚਿਆਂ ਦੇ ਵਿੱਚ ਇੱਕ ਸਪਿਰਿਟ ਭਰੀ ਜਾਏ, ਉਹਨਾਂ ਦੀਆਂ ਕਲਾਸਾਂ ਆਯੋਜਨ ਕਰਦੇ ਰਹੇ। ਇਹ ਇੱਕ ਬੜਾ ਅੱਛਾ ਇੱਕ ਆਯੋਜਨ ਕੀਤਾ ਗਿਆ ਹੈ ਇਸ ਪ੍ਰੋਗਰਾਮ ਦਾ ਤਾਂ ਕਿ ਬੱਚਿਆਂ ਨੂੰ ਐਂਟਰਟੇਨਮੈਂਟ ਦੇ ਥਰੂ ਔਰ ਬੱਚਿਆਂ ਨੂੰ ਥੋੜ੍ਹਾ ਜਿਹਾ ਗੁਰਦੁਆਰਿਆਂ ਤੋਂ ਪਰਿਵਾਰਾਂ ਤੋਂ ਹਟ ਕੇ ਬਾਹਰ ਦੇ ਜਗਤ ਦੇ ਵਿੱਚ ਵੀ ਉਹਨਾਂ ਨੂੰ ਇੱਕ ਸਪਿਰਿਚੁਅਲ ਵਾਈਬ੍ਰੇਸ਼ਨ, ਇੱਕ ਰਿਲੀਜੀਅਸ ਮੋਟੀਫਿਕੇਸ਼ਨ ਦਿੱਤੀ ਜਾਏ। ਅੱਜ ਗੁਰਦੁਆਰਾ ਸ਼ਹੀਦਾਂ ਹਿਕਸਵਿਲ ਤੋਂ
ਜਿਹੜਾ ਗੁਰਮਤਿ ਕੈਂਪ ਬੱਚਿਆਂ ਦਾ ਪਿਛਲੇ 2 ਹਫ਼ਤਿਆਂ ਤੋਂ ਚੱਲ ਰਿਹਾ ਸੀਗਾ ਉਹ ਸੰਪੂਰਨ ਹੋਇਆ। ਉਸ ਤੋਂ ਬਾਅਦ ਭਾਈ ਭੁਪਿੰਦਰ ਸਿੰਘ ਜੀ ਉਹਨਾਂ ਨੇ ਬਹੁਤ ਵਧੀਆ ਇੱਕ ਪਲਾਨ ਕੀਤਾ ਕਿ ਬੱਚਿਆਂ ਨੂੰ ਆਪਾਂ ਕਰੂਜ਼ ਤੇ ਲੈ ਕੇ ਜਾਈਏ, ਜਿੱਥੇ ਬੱਚੇ ਇੱਕ ਇੰਜੋਇਮੈਂਟ ਵੀ ਕਰਨਗੇ ਤੇ ਨਾਲ ਦੀ ਨਾਲ ਗੁਰਬਾਣੀ ਦਾ ਕੀਰਤਨ ਨਾਮ ਸਿਮਰਨ ਵੀ ਹੋਵੇਗਾ। ਸੋ ਬਹੁਤ ਵਧੀਆ ਲੱਗ ਰਿਹਾ ਹੈ। ਅੱਜ ਬੱਚੇ ਜਿੱਥੇ ਵਧੀਆ 36 ਪ੍ਰਕਾਰ ਦੇ ਪਕਵਾਨ ਭੋਜਨ ਖਾ ਰਹੇ ਹਨ, ਨਾਲ ਦੀ ਨਾਲ ਗੁਰਬਾਣੀ ਕੀਰਤਨ ਨਾਮ ਸਿਮਰਨ ਦੀਆਂ ਧੁਨਾਂ ਵੀ ਚੱਲ ਰਹੀਆਂ ਹੈ ਪਾਣੀ ਦੇ ਵਿੱਚ। ਬੱਚੇ ਆਪਣੇ ਬਹੁਤ ਖੁਸ਼ ਹੈ ਕਰੂਜ਼ ਦੇ ਵਿੱਚ ਆ ਕੇ। ਉਹਨਾਂ ਨੂੰ ਇੱਕ ਤਾਂ ਗੁਰਬਾਣੀ ਦੇ ਵਿੱਚ ਗੁਰਬਾਣੀ ਪੜ੍ਹਨ ਦਾ ਮੌਕਾ ਮਿਲ ਰਿਹਾ, ਨੰਬਰ 2 ਤੇ ਨਾਲ ਦੀ ਨਾਲ ਵੱਖ-ਵੱਖ ਤਰ੍ਹਾਂ ਦੇ ਭੋਜਨ, ਪੀਜ਼ਾ, ਕੋਲਡ ਡਰਿੰਕ, ਹੋਰ 36 ਪ੍ਰਕਾਰ ਦੇ ਭੋਜਨ ਖਾਣ ਨੂੰ ਮਿਲ ਰਿਹਾ। ਦੇ ਆਰ ਵੈਰੀ ਹੈਪੀ, ਦੇ ਲਵ ਇਟ ਐਂਡ ਉਮੀਦ ਕਰਦਾ ਕਿ ਅੱਗੇ ਤੋਂ ਵੀ ਬੱਚੇ ਵੱਧ ਚੜ੍ਹ ਕੇ ਇਸ ਗੁਰਮਤਿ ਕੈਂਪ ਦਾ ਹਿੱਸਾ ਬਣਨਗੇ ਤੇ ਇਸ ਤਰ੍ਹਾਂ ਦੇ ਆਪਣੇ ਕਰੂਜ਼ ਦੇ ਵਿੱਚ ਆਉਣ ਦਾ ਮੌਕਾ ਫੇਰ ਮਿਲੇਗਾ। ਸੋ ਗੁਰੂ ਪਿਆਰਿਓ, ਅੱਜ ਵੇਖੋ ਅਸੀਂ ਜੋ ਗੁਰਦੁਆਰਾ ਸ਼ਹੀਦਾਂ ਅਸਥਾਨ ਧੰਨ ਧੰਨ ਬਾਬਾ ਦੀਪ ਸਿੰਘ ਜੀ ਨਿਊਯਾਰਕ ਤੋਂ ਗੁਰਮਤਿ ਕੈਂਪ ਬੱਚਿਆਂ ਦਾ ਲਾਇਆ ਸੀ, ਉਹਦੇ ਵਿੱਚ ਜਿੱਥੇ ਬੱਚਿਆਂ ਨੂੰ ਹੋਰ ਬਹੁਤ ਸਾਰੀਆਂ ਫੈਸਿਲਿਟੀਆਂ ਦਿੱਤੀਆਂ ਕਿ ਬੱਚੇ ਖੁਸ਼ ਹੋ ਕੇ ਗੁਰੂ ਘਰਾਂ ਵਿੱਚ ਆਉਣ, ਆਪਣੇ ਧਰਮ ਵਿਰਸੇ ਨਾਲ ਜੁੜਨ, ਉੱਥੇ ਉਹਨਾਂ ਦੀ ਖੁਸ਼ੀ ਵਾਸਤੇ ਅਸੀਂ ਇੱਕ ਕਰੂਜ਼ ਟ੍ਰਿਪ ਅਰੇਂਜਮੈਂਟ ਕੀਤਾ, ਜਿਹਦੇ ਵਿੱਚ ਤੁਸੀਂ ਅੱਜ ਦੇਖ ਰਹੇ ਹੋ ਕਿ ਅੱਜ ਅਸੀਂ ਕਰੂਜ਼ ਦੇ ਵਿੱਚ ਆ ਔਰ ਕੇਸਰੀ ਨਿਸ਼ਾਨ ਸਾਹਿਬ ਝੂਦ ਰਹੇ ਨੇ ਅਮਰੀਕਾ ਦੇ ਇਸ ਜਹਾਜ਼ ਦੇ ਵਿੱਚ ਵੀ, ਜਿੱਥੇ ਅਮਰੀਕਨ ਫਲੈਗ ਆ ਉੱਥੇ ਖੰਡਾ ਔਰ ਨਿਸ਼ਾਨ ਸਾਹਿਬ ਜਿਹੜਾ ਉਹ ਝੂਦ ਰਿਹਾ ਹੈ। ਇਹ ਸਾਡੀ ਸਿੱਖੀ ਦੀ ਹੋਂਦ ਨੂੰ ਸੰਸਾਰ ਅੰਦਰ ਪ੍ਰਗਟਾਉਂਦਾ ਹੈ। ਸੋ ਅਸੀਂ ਇਸ ਕਰੂਜ਼ ਰਾਹੀਂ ਬੱਚਿਆਂ ਨੂੰ ਆਪਣੇ ਧਰਮ ਦੇ ਨਾਲ ਗੁਰਬਾਣੀ ਨਾਲ ਜੋੜਨ ਦਾ ਉਦਮ ਕਰ ਰਹੇ ਹਾਂ। ਤੁਸੀਂ ਕਰੂਜ਼ਾਂ ਵਿੱਚ ਹੋਰ ਪਾਰਟੀਆਂ ਹੁੰਦੀਆਂ ਵੇਖੀਆਂ ਹੋਣਗੀਆਂ, ਪਰ ਅੱਜ ਵੇਖੋ ਵਾਹਿਗੁਰੂ ਸਿਮਰਨ ਹੋ ਰਿਹਾ, ਗੁਰਬਾਣੀ ਹੋ ਰਹੀ ਹੈ, ਨਾਮ ਜਪਿਆ ਜਾ ਰਿਹਾ। ਇਹੀ ਸਾਰੀਆਂ ਖਾਲਸੇ ਦੀਆਂ ਪ੍ਰਾਪਤੀਆਂ ਨੇ, ਇਹੀ ਸਾਡੀ ਹੋਂਦ ਦਾ ਪ੍ਰਗਟਾਵਾ ਹੈ, ਇਹੀ ਸਾਡੀ ਪਹਿਚਾਣ ਨੂੰ ਉਜਾਗਰ ਕਰਨ ਵਾਲਾ ਹੈ। ਸੋ ਮਹਾਰਾਜ ਨੇ ਕਿਰਪਾ ਕੀਤੀ, ਅੱਜ ਆਪਾਂ ਸਾਰੇ ਅਮਰੀਕਾ ਦੇ ਵਿੱਚ ਇਸ ਕਰੂਜ਼ ਦੇ ਵਿੱਚ ਪਹੁੰਚੇ ਆ। 150 ਤੋਂ ਵੱਧ ਲੋਕ ਹੋ ਗਏ ਸੀਗੇ, ਸਾਨੂੰ ਉਹਨਾਂ ਨੂੰ ਕਹਿਣਾ ਪਿਆ ਭਾਈ 150 ਦੀ ਕੰਪੈਸਿਟੀ ਆ ਜਹਾਜ਼ ਦੀ। ਸੋ ਸਾਰੇ ਬੱਚੇ, ਉਹਨਾਂ ਦੇ ਪੇਰੈਂਟਸ ਜਿੰਨੇ ਆਏ ਆ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਫਿਲਹਾਲ ਬ੍ਰੇਕ ਤੋਂ ਬਾਅਦ ਕੈਨੇਡਾ ਦੇ ਸਪੈਸ਼ਲ ਸੈਗਮੈਂਟ ਵਿੱਚ ਤੁਹਾਡਾ ਸਵਾਗਤ ਹੈ। ਮੈਂ ਹਰੁਪਿੰਦਰ ਕੌਰ। ਸ਼ੁਰੂਆਤ ਕਰਦੇ ਹਾਂ ਕੈਨੇਡਾ ਦੀਆਂ ਕੁਝ ਖਾਸ ਖਬਰਾਂ ਦੇ ਨਾਲ। ਬੀਤੇ ਦਿਨੀ ਜਨਮਾਸ਼ਟਮੀ ਦੇ ਤਿਉਹਾਰ ਨੂੰ ਮੁੱਖ ਰੱਖਦਿਆਂ ਮਿਲਟਨ ਵਿਖੇ ਇਸਕॉन ਟੈਂਪਲ ਦੀ ਓਪਨਿੰਗ ਹੋਈ, ਜਿਸ ਦੀ ਕਾਫੀ ਸਮੇਂ ਤੋਂ ਉਸਾਰੀ ਚੱਲ ਰਹੀ ਸੀ। ਇਸ ਮੌਕੇ ਕਈ ਪਰਫਾਰਮੈਂਸ ਵੀ ਰੱਖੀਆਂ ਗਈਆਂ ਸਨ ਤੇ ਸ਼ਹਿਰ ਦੀਆਂ ਪ੍ਰਮੁੱਖ ਸ਼ਖਸੀਅਤਾਂ ਇਸ ਵਿੱਚ ਹਾਜ਼ਰ ਹੋਈਆਂ। ਇਸਕॉन ਮਿਲਟਨ ਟੈਂਪਲ ਕਾਉਂਸਲ ਵੱਲੋਂ ਮਿਲਟਨ ਵਿੱਚ ਨਵੇਂ ਮੰਦਿਰ ਦੀ ਓਪਨਿੰਗ ਕੀਤੀ ਗਈ, ਜੋ ਖਾਸ ਤੌਰ ਤੇ ਜਨਮਾਸ਼ਟਮੀ ਦੇ ਮੌਕੇ ਤੇ ਕੀਤੀ ਗਈ। इस मौके कृष्णा अभिषेक भी किया गया, जिस विच शहर दियां प्रमुख शख्सियतां ने हाजिरी भरी। आज आप सभी को जन्माष्टमी की बहुत बहुत बधाइयाँ और यहाँ आकर मुझे बहुत अच्छा लग रहा है, क्योंकि आज इस्कॉन मिल्टन ब्रांच पहली का इनॉग्रेशन हो रहा है और ये जन्माष्टमी के शुभ अवसर पर हो रहा है, तो बहुत ही अच्छा लग रहा है। यहाँ पे काफ़ी लोग मेयर आए हुए हैं, तो उनके साथ हम लोग अभी इंटरेक्शन कर रहे हैं। तो अब फिर मतलब बहुत ही खुशी की बात है कि हमारा जो भारतीय कल्चर है वो विदेशों में, कनाडा में इस तरह से फैल रहा है। इस तरह जो भारतीय मूल के लोग हैं वो यहाँ आके अपने कल्चर को यहाँ पे इस्कॉन यहाँ पे इस्टेब्लिश कर रहे हैं, इस तरह के कल्चरल इंस्टीट्यूशंस इस्टेब्लिश कर रहे हैं। And we're taking part in these wonderful celebrations, the opening of this temple here in the Milton community. It's something that are growing in diverse cultures that are growing somewhat fast in Milton. It's a pleasure to have this. It's an honor to be here today on such a wonderful occasion. Hare Krishna is to everybody. Today I bring greetings on behalf of Mayor Gord Krantz and all the Council of Milton Town Council, bringing greetings, bringing blessings and gratefulness for the event that's being able to be held today on this auspicious day, and wonderful gathering after 2 years of COVID, people able to come together and to share in a wonderful celebration. आज बहुत ही शुभ दिन है। मिल्टन ਦੇ ਵਿੱਚ ਇਸਕॉन ਮੰਦਿਰ ਦੀ ਸ਼ੁਰੂਆਤ ਹੋ ਰਹੀ ਹੈ ਔਰ ਜਨਮਾਸ਼ਟਮੀ ਦਾ ਦਿਹਾੜਾ, ਇਸ ਤੋਂ ਜ਼ਿਆਦਾ ਚੰਗਾ ਦਿਨ ਹੋ ਹੀ ਨਹੀਂ ਸਕਦਾ ਆਪਾਂ ਵਾਸਤੇ ਕਿ ਆਪਾਂ ਮੰਦਿਰ ਦੇ ਵਿੱਚ ਆਣਾ ਸ਼ੁਰੂ ਕਰੀਏ ਔਰ ਦਰਸ਼ਨ ਕਰੀਏ ਔਰ ਆਪਣਾ ਕੀਰਤਨ ਕਰਨਾ ਸ਼ੁਰੂ ਕਰੀਏ। ਜਨਮਾਸ਼ਟਮੀ ਨੂੰ ਮੁੱਖ ਰੱਖਦਿਆਂ ਇਸ ਮੌਕੇ ਕਈ ਸੱਭਿਆਚਾਰਕ ਰੰਗ ਵੀ ਵੇਖਣ ਨੂੰ ਮਿਲੇ। Hare Krishna everyone, happy Janmashtami to all of you. So on behalf of the devotees here at ISKCON Milton, we'd like to extend a warm Janmashtami day or celebration or festival to all of you out there.
thank you all for supporting us. We're opening a new center here today. Today is the grand opening of our new ISKCON Center in Milton. It's the first Hindu temple in Milton. So we thank you all. We invite you all to come down. Today we are very, very happy and delighted to be celebrating Janmashtami, which is the appearance day of Lord Krishna. And today is a special day because today ISKCON Milton is celebrating it at its own place. We've been striving to have our own place for past so many years, and finally, with all the support of all the devotees out here, we managed to achieve this. And it's all blessing of Lord Krishna that we've done it. So we are celebrating Janmashtami festival today at ISKCON Milton, and this is also our grand opening ceremony. So we decided to have a grand opening of ISKCON Milton new temple on the Janmashtami day. Lord Krishna is none other than ਫਰੰਟ ਖੋਲਿਆ ਹੈ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਤੇ ਬਾਈਕ ਬਰੈਂਪਟਨ ਨੇ ਮਿਲ ਕੇ, ਜਿੱਥੇ ਅਸੀਂ ਬਾਈਸਾਈਕਲਸ ਜਿਹੜੇ ਫੈਮਿਲੀਜ਼ ਕੋਲੇ ਬਾਈਸਾਈਕਲਸ ਨਹੀਂ ਹੁੰਦੇ ਉਹਨਾਂ ਨੂੰ ਬਾਈਸਾਈਕਲਸ ਫ੍ਰੀ ਡੋਨੇਟ ਕਰਦੇ ਹਾਂ, ਉਹਨਾਂ ਨੂੰ ਬਾਈਸਾਈਕਲ ਰਿਪੇਅਰ ਕਰਨਾ ਸਿਖਾਉਂਦੇ ਹਾਂ ਤੇ ਅਸੀਂ ਚਾਹੁੰਦੇ ਹਾਂ ਕਿ ਕਾਰਾਂ ਦੀ ਵਰਤੋਂ ਘੱਟ ਹੋਵੇ ਤਾਂ ਕਿ ਆਪਣੇ ਬਰੈਂਪਟਨ ਸਿਟੀ ਦੇ ਵਿੱਚ ਪੋਲਿਊਸ਼ਨ ਘੱਟ ਹੋਵੇ ਤੇ ਅਸੀਂ ਉੱਥੇ ਬਹੁਤ ਜ਼ਿਆਦਾ ਬਾਈਕਸ ਦੀ ਇਸਤੇਮਾਲ ਕਰੀਏ। ਇਹਦੇ ਨਾਲ ਪੰਜਾਬੀ ਕਮਿਊਨਿਟੀ ਹੈਲਥ ਸਰਵਿਸਿਜ਼ ਇਸੇ ਸਟੋਰ ਫਰੰਟ ਤੇ ਮੈਂਟਲ ਹੈਲਥ ਐਡਿਕਸ਼ਨਸ ਤੇ ਸੈਟਲਮੈਂਟ ਸਰਵਿਸਿਜ਼ ਵੀ ਪ੍ਰੋਵਾਈਡ ਕਰੂਗਾ। ਸੋ ਜਿੰਨੇ ਵੀ ਆਪਣੇ ਇੰਟਰਨੈਸ਼ਨਲ ਸਟੂਡੈਂਟਸ ਆਉਂਦੇ ਆ ਉਹਨਾਂ ਨੂੰ ਅਸੀਂ ਇੱਥੇ ਸਰਵਿਸਿਜ਼ ਪ੍ਰਦਾਨ ਕਰਾਂਗੇ। ਅਜਿਹੇ ਉਪਰਾਲੇ ਦਾ ਮੰਤਵ ਲੋਕਾਂ ਨੂੰ ਬਾਈਕਿੰਗ ਵੱਲ ਪ੍ਰੇਰਿਤ ਕਰਨਾ ਹੈ ਤਾਂ ਜੋ ਟ੍ਰੈਫਿਕ ਕੰਜੈਸ਼ਨ ਨੂੰ ਘਟਾਉਣ ਦੇ ਨਾਲ ਵਧੀਆ ਸਿਹਤ ਵੱਲ ਧਿਆਨ ਦਿੱਤਾ ਜਾ ਸਕੇ। ਕੈਮਰਾਮੈਨ ਰੀਤ ਇੰਦਰ ਗਰੇਵਾਲ ਦੇ ਨਾਲ ਰੁਪਿੰਦਰ ਕੌਰ, PTC ਨਿਊਜ਼, ਬ੍ਰੈਂਪਟਨ, ਕੈਨੇਡਾ। ਸੋ ਹੁਣ ਤੱਕ ਲਈ ਬਸ ਇੰਨਾ ਹੀ। ਫਿਲਹਾਲ ਮੈਨੂੰ ਦਿਓ ਇਜਾਜ਼ਤ। ਤੁਸੀਂ ਰੱਖੋ ਆਪਣਾ ਖਿਆਲ ਤੇ ਦੇਸ਼ ਦੁਨੀਆ ਦੀਆਂ ਖਬਰਾਂ ਲਈ ਬਣੇ ਰਹੋ PTC ਦੇ ਨਾਲ।